ਜੈ ਮਸੀਹ ਦੀ ਪਿਆਰੇ ਦਰਸ਼ਕੋ, ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੰਗੇ ਭਲੇ ਹੋਵੋਗੇ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਡੇ ਉੱਤੇ ਕਿਰਪਾ ਕੀਤੀ ਅਤੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਇੱਕ ਵਾਰੀ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋ ਸਕੀਏ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਬਚੇ ਹੋਏ ਹਿੱਸੇ ਨੂੰ ਪੂਰਾ ਕਰਨ ਦੇ ਲਈ ਅੱਜ ਵੀ ਜਾਰੀ ਰੱਖਾਂਗੇ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਸ਼ਰ੍ਹਾ ਦੇ ਪੂਰਾ ਹੋਣ ਬਾਰੇ ਗੱਲਬਾਤ ਕਰ ਰਹੇ ਸੀ। ਇਸ ਤੋਂ ਸੰਬੰਧ ਰੱਖਣ ਵਾਲੀਆਂ ਕੁਝ ਸੱਚਾਈਆਂ ਤੋਂ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਇਸ ਧਰਤੀ ਦੇ ਉੱਤੇ ਆਉਣ ਦੇ ਉਦੇਸ਼ ਨੂੰ ਬਿਲਕੁਲ ਸਪਸ਼ਟ ਰੀਤੀ ਨਾਲ ਸਮਝ ਸਕਦੇ ਹਾਂ। ਉਮੀਦ ਹੈ ਕਿ ਮਤੀ ਦੀ ਅੰਜੀਲ ਦੇ 5 ਅਧਿਆਏ ਦੀ 17 ਤੋਂ 20 ਆਇਤਾਂ ਦੇ ਇਹ ਵਚਨ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਸ਼ਰ੍ਹਾ ਤੋਂ ਸੰਬੰਧਿਤ ਇਸ ਸਿੱਖਿਆ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਵਾਬ ਨੂੰ ਜਾਣਨ ਦੇ ਲਈ ਅੱਗੇ ਵਧਦੇ ਹੋਏ ਅੱਜ ਅਸੀਂ ਜਾਣਾਂਗੇ ਕਿ ਨਿਯਮ ਕਿਆ ਲੁਪਤ ਹੋ ਗਿਆ ਜਾਂ ਫਿਰ ਸੰਪੂਰਨ ਹੋ ਗਿਆ। ਬਹੁਤ ਸਾਰੇ ਲੋਕ ਇੰਜ ਸੋਚਦੇ ਹਨ ਕਿ ਨਿਯਮ ਰੱਦ ਹੋ ਚੁੱਕੇ ਹਨ। ਬਹੁਤ ਸਾਰੇ ਮਸੀਹੀ ਲੋਕ ਵੀ ਇਹੋ ਹੀ ਵਿਸ਼ਵਾਸ ਕਰਦੇ ਹਨ। ਸੋ ਦੋਸਤੋ, ਆਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਅਤੇ ਵੇਖਦੇ ਹਾਂ ਅਤੇ ਚੱਲਦੇ ਹਾਂ ਡਾਕਟਰ ਡੇਵਿਡ ਜਰਮਾਇਆ ਦੇ ਕੋਲ, ਜਿਨ੍ਹਾਂ ਕੋਲ ਪਰਮੇਸ਼ਰ ਦੇ ਵਚਨ ਦੀ ਸੇਵਕਾਈ ਦਾ ਕਈ ਦਸ਼ਕਾਂ ਦਾ ਅਨੁਭਵ ਹੈ। ਆਓ ਵੇਖਦੇ ਹਾਂ ਕਿ ਉਹ ਇਸ ਬਾਰੇ ਕੀ ਕਹਿੰਦੇ ਹਨ। ਪਰ ਇਸ ਤੋਂ ਪਹਿਲਾਂ ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ ਤੇ ਇਸ ਦੇ ਲਈ ਸੁਣਦੇ ਆ ਇਹ ਭਜਨ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। एक नूर दे बंदे सारे इको पिता हमारा, एक नूर दे बंदे सारे इको पिता हमारा। एक नूर नाल पैदा कीता रब ने ये जग सारा, एक नूर नाल पैदा कीता रब ने ये जग सारा। एवें जातां पातां दे विच वंडे हां, कोई जाने ना जाने। एवें जातां पातां दे विच वंडे हां, कोई जाने ना जाने। असी यीशु मसीह दे विच रंगे हां, कोई जाने ना जाने। भावें चंगे ते भावें मंदे हां, कोई जाने ना जाने। असी कमले रमले भावें असी सदाई, भावें असी कमले रमले भावें असी सदाई। रब दिलां दियां जाने मिलदी सच्चे नू वडियाई, रब दिलां दियां जाने मिलदी सच्चे नू वडियाई। राजी करदा ओ कोड़ी ते लंघिया, कोई जाने ना जाने। राजी करदा ओ कोड़ी ते लंघिया, कोई जाने ना जाने। असी यीशु मसीह दे विच रंगे हां, कोई जाने ना जाने। भावें चंगे ते भावें मंदे हां, कोई जाने ना जाने। रब सबना दा सांझा है ते कई बनिया ने जाता, रब
ਸਭ ਸਭਨਾਂ ਦਾ ਸਾਂਝਾ ਏ ਤੇ ਕਈ ਬਣੀਆਂ ਨੇ ਜਾਤਾਂ। ਨੰਬਰ 2, ਨਿਯਮ ਲੁਪਤ ਨਹੀਂ ਹੋਇਆ ਪਰ ਸੰਪੂਰਨ ਹੈ। ਅਗਲੀ ਪੰਕਤੀ ਵਿੱਚ ਯਿਸੂ ਪ੍ਰਸ਼ਨ ਪੁੱਛਦਾ ਹੈ ਕਿ ਨਿਯਮ ਲੁਪਤ ਹੋ ਗਿਆ ਹੈ ਜਾਂ ਸੰਪੂਰਨ ਹੈ, ਕਿ ਉਹ ਨਿਯਮ ਨੂੰ ਰੱਦ ਕਰਨ ਆਇਆ ਜਾਂ ਇਸ ਨੂੰ ਪ੍ਰਗਟ ਕਰਨ ਆਇਆ। ਮੈਂ ਸੋਚਦਾ ਹਾਂ ਅਸੀਂ ਸਮਝਦੇ ਹਾਂ ਕਿ ਉਹ ਨਿਯਮ ਨੂੰ ਪ੍ਰਗਟ ਕਰਨ ਆਇਆ, ਕਿ ਇਹ ਨਿਯਮ ਸੰਪੂਰਨ ਹੈ ਜਾਂ ਇਹ ਰੱਦ ਹੈ। ਅੱਜ ਲੋਕਾਂ ਦੀ ਇੱਕ ਵੱਡੀ ਭੀੜ ਜੋ ਸੋਚਦੀ ਹੈ ਕਿ ਨਿਯਮ ਰੱਦ ਹੈ। ਬਹੁਤ ਸਾਰੇ ਮਸੀਹ ਲੋਕ ਵੀ ਇੰਜ ਹੀ ਸੋਚਦੇ ਹਨ। ਮੈਂ ਲੋਕਾਂ ਨੂੰ ਇਸ ਤਰ੍ਹਾਂ ਕਹਿੰਦੇ ਹੋਏ ਸੁਣਿਆ ਹੈ, ਮੈਂ ਪੁਰਾਣੇ ਨੇਮ ਨੂੰ ਹਰ ਰੋਜ਼ ਜ਼ਿਆਦਾ ਸਹਿ ਨਹੀਂ ਸਕਦਾ, ਮੈਂ ਨਵੇਂ ਨੇਮ ਵਿੱਚ ਹਾਂ। ਯਿਸੂ ਨੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਦ ਤੱਕ ਧਰਤੀ ਅਤੇ ਆਕਾਸ਼ ਟਲ ਨਾ ਜਾਣ, ਨਿਯਮ ਵਿੱਚ ਇੱਕ ਛੋਟੀ ਜਿਹੀ ਬਿੰਦੀ ਪੈਨ ਦੀ ਛੋਟੀ ਜਿਹੀ ਲਕੀਰ ਨਾਲ ਜੁੜ ਸਕਦੀ ਹੈ, ਨਾ ਹਟ ਸਕਦੀ ਹੈ, ਜਦ ਤੱਕ ਸਭ ਕੁਝ ਸੰਪੂਰਨ ਨਾ ਹੋ ਜਾਵੇ। ਇਹ ਬੜੀ ਔਖੀ ਭਾਸ਼ਾ ਹੈ। ਤੁਸੀਂ ਜਾਣਦੇ ਹੋ, ਇਹ ਤਾਂ ਬਹੁਤ ਪਹਿਲਾਂ ਹੀ ਲਿਖੀ ਗਈ ਸੀ। ਇਸ ਦਾ ਅੰਗਰੇਜ਼ੀ ਭਾਸ਼ਾ ਨਾਲ ਕੋਈ ਵੀ ਸ਼ਬਦ ਨਹੀਂ ਹੈ। ਇਸ ਭਾਸ਼ਾ ਨੂੰ ਸਿੱਖਣਾ ਬਹੁਤ ਔਖਾ ਹੈ। ਇੱਕ ਬਿੰਦੂ ਸ਼ਬਦ ਕਾਰਨ ਦਾ ਚਿੰਨ੍ਹ ਨਜ਼ਰ ਆਉਂਦਾ ਹੈ। ਇਹ ਇਬਰਾਨੀ ਵਰਨਮਾਲਾ ਦਾ ਸਭ ਤੋਂ ਛੋਟਾ ਅੱਖਰ ਹੈ। ਯਿਸੂ ਨੇ ਕਿਹਾ, ਜਦ ਤੱਕ ਧਰਤੀ ਅਤੇ ਆਕਾਸ਼ ਟਲ ਨਹੀਂ ਜਾਂਦੇ, ਇਹ ਛੋਟਾ ਜਿਹਾ ਸ਼ਬਦ ਦਾ ਚਿੰਨ੍ਹ ਨਹੀਂ ਟਲੇਗਾ। ਇਹ ਛੋਟੇ ਜਿਹੇ ਚਿੰਨ੍ਹ ਦਾ ਜੋ ਅਰਥ ਹੈ ਉਹ ਹੈ ਪੂਰਾ ਹੋ ਕੇ ਹੀ ਰਹੇਗਾ। ਤਦ ਉਸਨੇ ਕਿਹਾ, ਦਾ ਟਾਈਟਲ ਪਦਵੀ ਇਬਰਾਨੀ ਵਰਨਮਾਲਾ ਵਿੱਚ ਇੱਕ ਅੱਖਰ ਹੈ ਜੋ ਸੀ ਦੀ ਤਰ੍ਹਾਂ ਨਜ਼ਰ ਆਉਂਦਾ ਹੈ। ਜੇ ਤੁਸੀਂ ਇਸ ਨੂੰ ਹੇਠਾਂ ਨਿੱਕੀ ਜਿਹੀ ਪੁੱਛ ਲੈ ਦਿਓ ਤਾਂ ਇਸ ਤਰ੍ਹਾਂ ਅਰਥ ਬਦਲ ਜਾਵੇ। ਇਹ ਹੀ ਟਾਈਟਲ ਹੈ, ਮਤਲਬ ਇਸ ਦੀ ਪਦਵੀ ਬਦਲ ਗਈ। ਯਿਸੂ ਨੇ ਕਿਹਾ, ਇਬਰਾਨੀ ਭਾਸ਼ਾ ਦੇ ਇੱਕ ਅੱਖਰ ਨਾਲ ਨਿੱਕੀ ਜਿਹੀ ਪੂਛ ਲੱਗਣਾ ਕਿੰਨਾ ਮਹੱਤਵਪੂਰਨ ਹੈ। ਇਸ ਲਈ ਧਰਤੀ ਆਕਾਸ਼ ਤਦ ਤੱਕ ਨਹੀਂ ਟਲਣਗੇ ਜਦ ਤੱਕ ਹਰੇਕ ਚੀਜ਼ ਜੋ ਲਿਖੀ ਹੈ ਪੂਰੀ ਨਾ ਹੋ ਜਾਵੇ। ਇਹ ਯਿਸੂ ਦਾ ਬਹੁਤ ਹੀ ਮਹੱਤਵਪੂਰਨ ਬਿਆਨ ਹੈ ਜੋ ਉਸਨੇ ਖੁਦ ਆਪਣੇ ਮੂੰਹ ਨਾਲ ਬਿਆਨ ਕੀਤਾ। ਕਹਿਣ ਦਾ ਸਾਰ ਇਹ ਹੈ ਕਿ ਬਾਈਬਲ ਆਮ ਗੱਲਾਂ ਵਿੱਚ ਹੀ ਸੱਚ ਨਹੀਂ, ਇਸ ਦਾ ਇੱਕ ਇੱਕ ਅੱਖਰ ਮਹੱਤਵਪੂਰਨ ਹੈ। ਇੱਥੋਂ ਤੱਕ ਕਿ ਇੱਕ ਬਿੰਦੂ ਵੀ ਬਹੁਤ ਵਿਸ਼ੇਸ਼ਤਾ ਹੈ। ਯਿਸੂ ਨੇ ਕਿਹਾ, ਪਰਮੇਸ਼ਰ ਦੇ ਵਚਨ ਸੰਪੂਰਨ ਹੈ, ਇਹ ਲੁਪਤ ਨਹੀਂ ਹੋਏ, ਇਹ ਅੱਜ ਵੀ ਉਸੇ ਤਰ੍ਹਾਂ ਹੀ ਹਨ। ਯਿਸੂ ਨੇ ਕਿਹਾ, ਧਰਤੀ ਆਕਾਸ਼ ਟਲ ਜਾਣਗੇ ਪਰ ਮੇਰੇ ਵਚਨ ਨਹੀਂ ਟਲਣਗੇ। ਇਹ ਲੇਖਕ ਨੇ ਆਖਿਆ, ਇਹ ਜ਼ਰੂਰੀ ਹੈ ਕਿ ਅਸੀਂ ਯਾਦ ਰੱਖੀਏ ਕਿ ਪਰਮੇਸ਼ਰ ਦੇ ਸ਼ਬਦ ਹੀ ਕਹਾਵਤਾਂ ਵਿੱਚ, ਨਿਯਮ ਵਿੱਚ ਬਦਲ ਜਾਂਦੇ ਹਨ। ਉਹ ਸਿਧਾਂਤ ਬਣ ਜਾਂਦੇ ਹਨ, ਉਹ ਦਿਲਾਸਾ ਦੇਣ ਵਾਲੇ ਬਣ ਜਾਂਦੇ ਹਨ, ਪਰ ਉਹ ਕਦੇ ਵਿਅਰਥ ਨਹੀਂ ਜਾਂਦੇ। ਪਰਮੇਸ਼ਰ ਦੇ ਸ਼ਬਦ ਹਮੇਸ਼ਾ ਕਾਇਮ ਰਹਿਣਗੇ। ਇਸ ਕਿਤਾਬ ਵਿੱਚ ਇੱਕ ਇੱਕ ਸ਼ਬਦ ਪਰਮੇਸ਼ਰ ਵੱਲੋਂ ਹੈ ਅਤੇ ਇਹ ਸੰਪੂਰਨ ਹੈ। ਪਰਮੇਸ਼ਰ ਨੇ ਕਦੇ ਆਪਣੇ ਵਿਚਾਰ ਨਹੀਂ ਬਦਲੇ। ਨਿਯਮ ਸੰਪੂਰਨ ਹੈ ਜਾਂ ਇਹ ਲੁਪਤ ਹੋ ਗਿਆ ਹੈ। ਜਿਸ ਸਮੱਸਿਆ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਉਹ ਇਹ ਹੈ ਕਿ ਬਹੁਤ ਸਾਰੇ ਮਸੀਹ ਇਹ ਸੋਚਦੇ ਹਨ ਕਿ ਨਿਯਮ ਲੁਪਤ ਹੋ ਚੁੱਕਾ ਹੈ। ਉਹ ਸੋਚਦੇ ਹਨ ਕਿ ਜੋ ਯਿਸੂ ਬਾਰੇ ਅਫਵਾਹਾਂ ਫੈਲੀਆਂ ਗਈਆਂ ਉਹ ਸੱਚ ਹੈ। ਅੱਜ ਇੱਕ ਵੱਡੀ ਭੀੜ ਨੂੰ ਰਾਹਤ ਮਿਲ ਸਕਦੀ ਹੈ ਜੇ ਉਹ ਯਾਦ ਕਰ ਸਕਣ, ਵਿਸ਼ਵਾਸ ਕਰ ਸਕਣ ਅਤੇ ਭਰੋਸਾ ਕਰਨ ਕਿ ਪੁਰਾਣੇ ਨੇਮ ਦੀ ਆਗਿਆ ਨਾਲ ਉਹਨਾਂ ਦਾ ਕੁਝ ਅੱਜ ਲੈਣ ਦੇਣ ਨਹੀਂ। ਉਹਨਾਂ ਦਾ ਯਿਸੂ ਉੱਤੇ ਵਿਸ਼ਵਾਸ ਕਰਨਾ ਸੌਖਾ ਹੈ ਕਿ ਉਸਨੇ ਉਹਨਾਂ ਨੂੰ ਸਾਈਂ ਦੇ ਸਮੇਂ ਤੋਂ ਪਹਿਲਾਂ ਹੀ ਬਾਈਬਲ ਦੇ ਹੁਕਮਾਂ ਤੋਂ ਬਚਾ ਲਿਆ। ਇੱਥੇ ਭੁੱਲ ਕਰ ਜਾਂਦੇ ਹਨ ਕਿ ਯਿਸੂ ਨੇ ਛੁਡਾਇਆ ਨਹੀਂ ਬਲਕਿ ਨਿਯਮ ਨਾਲ ਜੋੜਿਆ ਹੈ। ਲੋਕ ਨਹੀਂ ਸਮਝ ਸਕੇ ਕਿ ਯਿਸੂ ਨੇ ਕਿਉਂ ਧਾਰਮਿਕ ਅਗੂਆਂ ਅਤੇ ਫਰੀਸੀਆਂ ਨਾਲ ਕਿਉਂ ਵਿਰੋਧਤਾ ਕਰਕੇ ਆਖਿਆ ਕਿ ਤੁਸੀਂ ਕੀ ਵਿਸ਼ਵਾਸ ਕਰਦੇ ਹੋ ਅਤੇ ਕਿਸ ਤਰ੍ਹਾਂ ਦੀ ਸਿੱਖਿਆ ਦੇ ਰਹੇ ਹੋ। ਯਿਸੂ ਉਹਨਾਂ ਨਾਲ ਨੇਮ ਦੇ ਸਰੂਪ ਦੀ ਵਿਰੋਧਤਾ ਨਹੀਂ ਕਰ ਰਿਹਾ ਸੀ, ਉਹ ਉਹਨਾਂ ਦੇ ਲਈ ਇਸ ਲਈ ਵਿਰੋਧ ਕਰ ਰਿਹਾ ਸੀ ਕਿਉਂ ਜੋ ਉਹ ਨਿਯਮ ਦੇ ਬਾਹਰੀ ਰੂਪ ਉੱਤੇ ਜ਼ੋਰ ਦਿੰਦੇ ਸਨ, ਨਾ ਕਿ ਉਸ ਦੇ ਅੰਦਰੂਨੀ ਮਤਲਬ ਤੇ। ਅੱਜ ਬਹੁਤ ਸਾਰੇ ਲੋਕਾਂ ਨੇ ਇਹ ਨਿਚੋੜ ਕੱਢਿਆ ਹੈ ਕਿ ਉਹਨਾਂ ਨੂੰ ਕਿਸੇ ਚੀਜ਼ ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਨਹੀਂ ਸੀ। ਉਹ ਬਸ ਹੇਠਾਂ ਹੀ ਪਾਣੀ ਦਿੰਦੇ ਸੀ ਤਾਂ ਕਿ ਉਹਨਾਂ ਨੂੰ ਜ਼ਿਆਦਾ ਵਿਸ਼ਵਾਸ ਨਾ ਕਰਨਾ ਪਵੇ। ਉਹ ਕਹਿੰਦੇ ਹਨ ਕਿ ਜੇ ਅੱਜ ਯਿਸੂ ਜਿਉਂਦਾ ਹੁੰਦਾ ਤਾਂ ਉਹ ਇਸ ਤਰ੍ਹਾਂ ਦਾ ਹੁੰਦਾ। ਉਹ ਕਰੂਸ ਉੱਤੇ ਬਲੀਦਾਨ ਦੁਆਰਾ ਪਛਤਾਪ ਦਾ ਇਕਰਾਰ ਕਰਦਾ। ਉਹ ਵਿਵਾਹਪੂਰਨ ਸ਼ਬਦ ਦੀ ਇਜਾਜ਼ਤ ਦਿੰਦਾ। ਉਹ ਸਫੇਦ ਪੋਸ਼ ਲੋਕਾਂ ਨੂੰ ਸਮਾਜ ਦੇ ਛੋਟੇ ਤਬਕੇ ਦੇ ਲੋਕਾਂ ਉੱਤੇ ਸ਼ਾਸਨ ਕਰਨ ਦੀ ਇਜਾਜ਼ਤ ਦਿੰਦਾ। ਯਿਸੂ ਦੇ ਬਾਰੇ ਇਸ ਤਰ੍ਹਾਂ ਹੀ ਬਹੁਤ ਸਾਰੇ ਲੋਕ ਸੋਚਦੇ ਹਨ ਅਤੇ ਜੇ ਤੁਸੀਂ ਅੱਜ ਦੇ ਉਪਦੇਸ਼ ਸੁਣੋ ਜੋ ਕਲੀਸਿਆ ਨੂੰ ਸੁਣਾਏ ਜਾਂਦੇ ਹਨ, ਉਹ ਬਾਈਬਲ ਦੀ ਸਿੱਖਿਆ ਅਨੁਸਾਰ ਨਹੀਂ ਬਲਕਿ ਯਿਸੂ ਦੀ ਨਕਲ ਕਰਦੇ ਹੋਏ ਮਨ ਘੜਤ ਯਿਸੂ ਪੇਸ਼ ਕਰਦੇ ਹਨ। ਨਵਾਂ ਯਿਸੂ, ਅੱਜ ਦਾ ਯਿਸੂ। ਮੈਂ ਦੱਸਣਾ ਚਾਹੁੰਦਾ ਹਾਂ, ਇਹ ਉਹ ਯਿਸੂ ਨਹੀਂ ਜਿਸ ਦੇ ਬਾਰੇ ਬਾਈਬਲ ਬਿਆਨ ਕਰਦੀ ਹੈ। ਬਾਈਬਲ ਦਾ ਯਿਸੂ ਉਹ ਯਿਸੂ ਹੈ ਜਿਸ ਨੇ ਕਿਹਾ, ਮੈਂ ਨਿਯਮ ਨੂੰ ਰੱਦ ਕਰਨ ਨਹੀਂ ਆਇਆ, ਮੈਂ ਇਸ ਨੂੰ
ਪੂਰਾ ਕਰਨ ਆਇਆ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਕੁਝ ਸਮਝ ਜਾਓ, ਜਦ ਤੱਕ ਧਰਤੀ ਔਰ ਆਕਾਸ਼ ਕਾਇਮ ਹਨ, ਇੱਕ ਬਿੰਦੂ ਵੀ ਪੂਰਾ ਹੋਏ ਬਗੈਰ ਨਹੀਂ ਟਲੇਗਾ, ਕਿਉਂ ਜੋ ਮੇਰੇ ਨਿਯਮ ਸੰਪੂਰਨ ਹਨ, ਲੁਪਤ ਨਹੀਂ ਹੋਣਗੇ। ਹੁਣ ਮੈਂ ਜਲਦੀ ਨਾਲ ਅੱਗੇ ਵੱਧਦਾ ਹਾਂ। ਉਸਨੇ ਸਭ ਤੋਂ ਵੱਡਾ ਅਤੇ ਸਭ ਤੋਂ ਛੋਟੇ ਦੇ ਬਾਰੇ ਕੁਝ ਕਿਹਾ। ਉਸਨੇ ਇੱਥੇ ਕਿਹਾ, ਜੋ ਇਹਨਾਂ ਆਗਿਆਂ ਵਿੱਚੋਂ ਇੱਕ ਵੀ ਤੋੜੇਗਾ ਅਤੇ ਲੋਕਾਂ ਨੂੰ ਵੀ ਇਹੋ ਹੀ ਸਿਖਾਵੇਗਾ, ਉਹ ਸਵਰਗ ਰਾਜ ਵਿੱਚ ਸਭ ਤੋਂ ਛੋਟਾ ਕੀਤਾ ਜਾਵੇਗਾ। ਪਰ ਜੋ ਕੋਈ ਇਹਨਾਂ ਨੂੰ ਮੰਨੇਗਾ ਤੇ ਦੂਜਿਆਂ ਨੂੰ ਵੀ ਮੰਨਣਾ ਸਿਖਾਵੇਗਾ, ਉਹ ਸਵਰਗ ਰਾਜ ਵਿੱਚ ਸਭ ਤੋਂ ਵੱਡਾ ਕੀਤਾ ਜਾਵੇਗਾ। ਯਿਸੂ ਨੇ ਕਿਹਾ, ਜੇ ਤੁਸੀਂ ਨਿਯਮ ਦੇ ਟੀਚਰ ਹੁੰਦੇ ਤਾਂ ਇਹ ਗੱਲ ਤੁਹਾਨੂੰ ਉਤੇਜਿਤ ਕਰਦੀ। ਮੈਂ ਚਾਹੁੰਦਾ ਹਾਂ ਤੁਸੀਂ ਇੱਥੇ ਦੋ ਸ਼ਬਦਾਂ ਤੇ ਗੌਰ ਕਰੋ ਜੋ ਇਸ ਪੰਕਤੀ ਵਿੱਚ ਦੁਹਰਾਈ ਗਈ ਹੈ। ਉਹ ਆਖਦਾ ਹੈ, ਜੋ ਕੋਈ ਤੋੜੇਗਾ ਅਤੇ ਸਿਖਾਵੇਗਾ ਸਭ ਤੋਂ ਛੋਟਾ ਕੀਤਾ ਜਾਵੇਗਾ, ਪਰ ਜੋ ਮੰਨੇਗਾ ਅਤੇ ਸਿਖਾਏਗਾ ਸਭ ਤੋਂ ਵੱਡਾ ਕੀਤਾ ਜਾਵੇਗਾ। ਯਿਸੂ ਨੇ ਇਹ ਬਹੁਤ ਹੀ ਗਹਿਰੀ ਗੱਲ ਕਹੀ। ਉਸਨੇ ਕਿਹਾ ਹੈ ਕਿ ਕੁਝ ਲੋਕ ਨਿਯਮ ਨੂੰ ਤੋੜਦੇ ਹਨ ਅਤੇ ਲੋਕਾਂ ਨੂੰ ਵੀ ਇਸ ਤਰ੍ਹਾਂ ਦੀ ਸਿੱਖਿਆ ਦਿੰਦੇ ਹਨ। ਇਹ ਜਿਹੇ ਲੋਕ ਅੱਜ ਸਭ ਜਗ੍ਹਾ ਤੇ ਹਨ, ਰੇਡੀਓ ਤੇ ਅਤੇ ਟੈਲੀਵਿਜ਼ਨ ਵਿੱਚ ਵੀ ਆਉਂਦੇ ਹਨ। ਉਹਨਾਂ ਨੇ ਫੈਸਲਾ ਕੀਤਾ ਹੋਇਆ ਕਿ ਉਹ ਇਸ ਉੱਤੇ ਵਿਸ਼ਵਾਸ ਨਹੀਂ ਕਰਨਗੇ। ਇਹ ਗੱਲ ਪੂਰੀ ਤਰ੍ਹਾਂ ਠੀਕ ਹੈ, ਪਰ ਉਹ ਲੋਕ ਲੋਕਾਂ ਨੂੰ ਸਿੱਖਿਆ ਦੇ ਰਹੇ ਹਨ ਕਿ ਤੁਸੀਂ ਵੀ ਇਸ ਗੱਲ ਦਾ ਵਿਸ਼ਵਾਸ ਨਾ ਕਰਨਾ। ਨਵੇਂ ਜ਼ਮਾਨੇ ਦੇ ਉਪਦੇਸ਼ਕ ਦੀ ਕਿਤਾਬ ਦੇ ਸ਼ਬਦ ਪੜ੍ਹੋ ਜੋ ਅੱਜ ਲਿਖੇ ਜਾ ਰਹੇ ਹਨ। ਮੁਕਤੀ ਦਾ ਅੰਦੋਲਨ ਇਸ ਤਰ੍ਹਾਂ ਨਿਯਮ ਤੋੜ ਰਹੇ ਹਨ। ਉਹ ਦੂਜੇ ਲੋਕਾਂ ਨੂੰ ਵੀ ਸਿੱਖਿਆ ਦੇ ਰਹੇ ਹਨ ਕਿ ਉਹ ਵੀ ਇਸੇ ਤਰ੍ਹਾਂ ਕਰਨ। ਯਿਸੂ ਨੇ ਕਿਹਾ, ਇਹ ਲੋਕ ਪੁੱਲ ਦੇ ਨੀਂਹ ਹਨ। ਇਸ ਦੇ ਬਾਅਦ ਯਿਸੂ ਆਪਣੀ ਗੱਲ ਨੂੰ ਅੱਗੇ ਵਧਾਉਂਦਾ ਹੈ। ਉਸਨੇ ਆਖਿਆ ਹੈ, ਜੋ ਕੋਈ ਸਹੀ ਨਿਯਮ ਦੀ ਸਿੱਖਿਆ ਦਿੰਦਾ ਹੈ, ਉਹ ਇਹ ਨਹੀਂ ਕਹਿੰਦਾ, ਉਹ ਕਹਿੰਦਾ ਹੈ ਜੋ ਖੁਦ ਨਿਯਮ ਨੂੰ ਮੰਨਦਾ ਹੈ ਅਤੇ ਸਹੀ ਸਿੱਖਿਆ ਦਿੰਦਾ ਹੈ, ਉਹ ਵੱਡਾ ਕੀਤਾ ਜਾਵੇਗਾ। ਜੋ ਅੱਜ ਸਿੱਖਿਆ ਦੇ ਰਹੇ ਹਨ, ਉਹਨਾਂ ਲਈ ਇਹ ਗੱਲ ਮਹੱਤਵਪੂਰਨ ਹੈ ਕਿ ਇਹ ਕਾਫੀ ਨਹੀਂ ਕਿ ਖੜੇ ਹੋ ਕੇ ਦੂਜਿਆਂ ਨੂੰ ਕਹੀਏ, ਪ੍ਰਭੂ ਇਸ ਤਰ੍ਹਾਂ ਆਖਦਾ ਹੈ, ਕਿਉਂ ਜੋ ਜਦ ਅੰਗੂਠੇ ਦੇ ਨਾਲ ਵਾਲੀ ਉਂਗਲੀ ਨੂੰ ਦੂਜੇ ਵੱਲ ਕਰਦੇ ਹਾਂ ਤਾਂ ਬਾਕੀ 4 ਉਂਗਲੀਆਂ ਸਾਡੇ ਆਪਣੇ ਵੱਲ ਇਸ਼ਾਰਾ ਕਰਦੀਆਂ ਹਨ। ਸਾਡਾ ਆਪਣਾ ਜੀਵਨ ਵੀ ਉਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਦੀ ਸਿੱਖਿਆ ਦਿੰਦੇ ਹਾਂ, ਨਹੀਂ ਤਾਂ ਸਾਡੀ ਸਿੱਖਿਆ ਵਿਅਰਥ ਹੈ। ਇਸ ਲੇਖ ਦੇ ਅੰਤ ਵਿੱਚ ਯਿਸੂ ਨੇ ਜਦ ਇਹ ਬਿਆਨ ਕੀਤਾ ਤਾਂ ਫਰੀਸੀ ਹਵਾ ਦੀ ਤਰ੍ਹਾਂ ਪਹਾੜ ਦੇ ਦੂਜੇ ਪਾਸੇ ਚਲੇ ਗਏ। ਉਸਨੇ ਕਿਹਾ, ਮੈਂ ਤੁਹਾਨੂੰ ਆਖਦਾ ਹਾਂ, ਜਦ ਤੱਕ ਤੁਹਾਡੀ ਧਾਰਮਿਕਤਾ ਫਰੀਸੀਆਂ ਦੀ ਧਾਰਮਿਕਤਾ ਦੀ ਵੱਧ ਕੇ ਨਾ ਹੋਵੇ ਤਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਸਵਰਗ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਫਰੀਸੀ ਵੀ ਉੱਥੇ ਸਨ ਅਤੇ ਸਭ ਲੋਕ ਚੇਲੇ ਜੋ ਫਰੀਸੀਆਂ ਨੂੰ ਜਾਣਦੇ ਸਨ ਕਿ ਤੁਸੀਂ ਫਰੀਸੀਆਂ ਬਾਰੇ ਜਾਣਦੇ ਹੋ, ਉਹ ਪਰਮੇਸ਼ਰ ਦੀ ਆਗਿਆ ਨੂੰ ਲੈਂਦੇ ਸਨ ਅਤੇ ਬਹੁਤ ਜ਼ਿਆਦਾ ਵਧਾ ਕੇ ਉਹਨਾਂ ਨੂੰ ਦੱਸਦੇ ਸੀ। ਉਹ ਇਸ ਤਰ੍ਹਾਂ ਇਸ ਲਈ ਕਰਦੇ ਸੀ ਕਿ ਕਿਤੇ ਕੁਝ ਕਮੀ ਨਾ ਰਹਿ ਜਾਵੇ। ਉਹਨਾਂ ਨੇ 613 ਨਿਯਮ ਬਣਾ ਲਿਆ ਸੀ। ਉਹਨਾਂ ਨੂੰ ਮੰਨਣ ਲਈ 248 ਆਗਿਆ ਸਨ ਅਤੇ 365 ਨਿਰਦੇਸ਼ ਆਗਿਆ ਸਨ। ਇਹਨਾਂ ਆਗਿਆਂ ਵਿੱਚ 1521 ਸੁਧਾਰ ਵੀ ਕੀਤੇ ਗਏ। ਇਸੇ ਤਰ੍ਹਾਂ ਉਹਨਾਂ ਕੋਲ 613 ਨਿਯਮ, 248 ਆਗਿਆ, 365 ਨਿਸ਼ੇਧ ਆਗਿਆ, 1521 ਸੁਧਾਰ ਸਨ। ਉਹ ਸਮਝਦੇ ਸੀ ਇਹਨਾਂ ਨਿਯਮ ਅਤੇ ਆਗਿਆ ਨਾਲ ਸਹੀ ਤਰੀਕੇ ਵਿੱਚ ਚੱਲ ਰਹੇ ਹਾਂ। ਇਹ ਸਭ ਕੁਝ ਬਾਹਰੀ ਸੀ। ਆਓ ਮੈਂ ਤੁਹਾਨੂੰ ਦੱਸਦਾ ਹਾਂ ਉਹ ਇਹ ਨਿਯਮ ਕਾਇਦਿਆਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦੇ ਸੀ। ਤੀਸਰੀ ਆਗਿਆ ਨੂੰ ਟੋਣ ਦੇ ਡਰ ਤੋਂ ਜੋ ਕਹਿੰਦੀ ਹੈ, ਤੂੰ ਆਪਣੇ ਪਰਮੇਸ਼ਰ ਦਾ ਨਾਮ ਵਿਅਰਥ ਨਾ ਲਈ। ਉਹਨਾਂ ਨੇ ਪਰਮੇਸ਼ਰ ਦਾ ਨਾਮ ਉਚਾਰਨ ਕਰਨਾ ਬੰਦ ਕਰ ਦਿੱਤਾ ਸੀ। ਇਸ ਤਰ੍ਹਾਂ ਜਦ ਉਹ ਪਰਮੇਸ਼ਰ ਦਾ ਨਾਮ ਨਹੀਂ ਲੈਂਦੇ ਤਾਂ ਉਹ ਕਹਿ ਹੀ ਨਹੀਂ ਸਕਦੇ ਇਹ ਵਿਅਰਥ ਹੈ। ਕਾਮ ਵਾਸਨਾ ਤੋਂ ਦੂਰ ਰਹਿਣ ਲਈ ਉਹਨਾਂ ਨੇ ਇਹ ਰੀਤੀ ਅਪਣਾਈ ਕਿ ਆਪਣੇ ਸਿਰ ਨੀਵੇਂ ਰੱਖੋ ਤਾਂ ਕਿ ਔਰਤ ਨੂੰ ਨਾ ਵੇਖਿਆ ਜਾ ਸਕੇ। ਫਰੀਸੀਆਂ ਦੀ ਧਰਮਸ਼ੀਲਤਾ ਨੂੰ ਕਿਹਾ ਜਾਂਦਾ ਸੀ ਬਿਲਡਿੰਗ ਫਰੀਸੀ, ਕਿਉਂ ਜੋ ਉਹ ਦੀਵਾਰ ਦੇ ਅੰਦਰੋਂ ਲੰਘਣ ਦੀ ਕੋਸ਼ਿਸ਼ ਕਰਦੇ ਸੀ ਅਤੇ ਜੀਵਨ ਦੀਆਂ ਹੋਰ ਰੁਕਾਵਟਾਂ ਵਿੱਚੋਂ ਪਾਰ ਹੋਣਾ ਚਾਹੁੰਦੇ ਸੀ। ਸਬਤ ਦੇ ਦਿਨ ਦੀ ਪਵਿੱਤਰਤਾ ਦੇ ਭਾਗ ਹੋਣ ਦੇ ਡਰ ਤੋਂ ਉਹਨਾਂ ਨੇ 39 ਤਰੀਕਿਆਂ ਦੇ ਕੰਮਾਂ ਦੀਆਂ ਵਿਧੀਆਂ ਬਣਾ ਲਈਆਂ ਸਨ। ਐਲਫਰੈਡ ਦੀ ਕਿਤਾਬ ਦ ਲਾਈਫ ਐਂਡ ਦ ਟਾਈਮਸ ਆਫ ਜੀਸਸ ਮਸੀਹਾ ਨੂੰ ਪੜ੍ਹਦਾ ਹਾਂ। ਤੁਹਾਨੂੰ ਦੇਖਣਾ ਚਾਹੀਦਾ ਹੈ ਕਿ ਸਬਤ ਦੇ ਦਿਨ ਕਿਸ ਤਰ੍ਹਾਂ ਦਾ ਕੰਮ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਉਹਨਾਂ ਦੇ ਕੁਝ ਨਿਯਮ ਸੀ, ਜਿਸ ਤਰ੍ਹਾਂ ਮੁਰਗੀ ਨੂੰ ਸਬਤ ਦੇ ਦਿਨ ਤੋਂ ਪਹਿਲਾਂ ਆਂਡਾ ਦੇਣਾ ਚਾਹੀਦਾ ਹੈ, ਕਿਉਂ ਜੋ ਆਂਡਾ ਸਬਤ ਦੇ ਦਿਨ ਤੋਂ ਪਹਿਲਾਂ ਤਿਆਰ ਹੋ ਜਾਣਾ ਚਾਹੀਦਾ ਹੈ। ਕਿ ਤੁਸੀਂ ਇਹ ਸੋਚ ਸਕਦੇ ਹੋ ਕਿ ਮੁਰਗੀ ਦਾ ਆਂਡਾ ਸਬਤ ਦੇ ਦਿਨ ਦੀ ਪਵਿੱਤਰਤਾ ਨੂੰ ਭੰਗ ਕਰ ਸਕਦਾ ਹੈ। ਇਸ ਤਰ੍ਹਾਂ ਦੇ ਵਿਚਾਰ ਫਰੀਸੀਆਂ ਦੇ ਸਨ। ਯਿਸੂ ਆਇਆ ਅਤੇ ਆਖਿਆ, ਜੇ ਤੁਹਾਡੀ ਧਾਰਮਿਕਤਾ ਫਰੀਸੀਆਂ ਦੀ ਧਾਰਮਿਕਤਾ ਤੋਂ ਵੱਧ ਨਾ ਹੋਵੇ ਤਾਂ ਤੁਸੀਂ ਸਵਰਗ ਨੂੰ ਨਹੀਂ ਜਾ ਸਕਦੇ। ਤੁਸੀਂ ਪਰਮੇਸ਼ਰ ਦੇ ਰਾਜ ਵਿੱਚ ਨਹੀਂ ਵੜ ਸਕਦੇ। ਕਿ ਤੁਸੀਂ ਸੋਚ ਸਕਦੇ ਹੋ ਕਿ ਚੇਲੇ ਉਹ ਵਿਧੀ ਮੰਨਦੇ ਹੋਣਗੇ? ਉਹਨਾਂ ਦੀ ਪਹਿਲੀ ਸੋਚ ਇਹ ਹੈ
ਕਿ ਕਿਸ ਤਰ੍ਹਾਂ ਫਰੀਸੀ ਤੋਂ ਵੱਧ ਕੇ ਕੋਈ ਧਰਮਸ਼ੀਲ ਬਣ ਸਕਦਾ ਹੈ। ਚੇਲੇ ਵੀ ਉਹਨਾਂ ਦੀ ਲੀਕ ਤੇ ਹੀ ਚੱਲ ਰਹੇ ਸਨ। ਉਸ ਨੇ ਇਹ ਕਿਸ ਕਰਕੇ ਕਿਹਾ ਅਤੇ ਸਾਡੇ ਲਈ ਅੱਜ ਉਸ ਦਾ ਕੀ ਮਤਲਬ ਹੈ? ਇੱਥੇ ਸਾਡੇ ਲਈ ਇੱਕ ਅਗਲੀ ਸਮੱਸਿਆ ਹੈ ਅਤੇ ਇਹ ਉਹ ਹੈ ਜੋ ਸਮੱਸਿਆ ਅਸੀਂ ਸੁਣਦੇ ਹਾਂ ਔਰ ਦੇਖਦੇ ਹਾਂ ਕਿ ਕੀ ਕਿਤਾਬ ਵਿੱਚ ਹੈ। ਰੋਮੀਓ ਦੀ ਪੱਤਰੀ ਵਿੱਚ ਵੀ ਇਸ ਦਾ ਬਿਆਨ ਹੈ। ਸਮੱਸਿਆ ਨਿਯਮ ਅਤੇ ਅਨੁਗ੍ਰਹਿ ਦੀ ਵਿਰੋਧਤਾ ਵਿੱਚ ਹੈ। ਜੋ ਲੋਕ ਅਨੁਗ੍ਰਹਿ ਦੇ ਅੰਦਰ ਹਨ ਅਤੇ ਅਸੀਂ ਅਨੁਗ੍ਰਹਿ ਦੀ ਕਲੀਸਿਆ ਹਾਂ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਨਿਯਮ ਤੋਂ ਦੂਰ ਕਰ ਦਈਏ। ਨਿਯਮ ਹੀ ਅਨੁਗ੍ਰਹਿ ਦਾ ਮਤਲਬ ਪ੍ਰਗਟ ਕਰਦਾ ਹੈ। ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਉਹਨਾਂ ਕੋਲ ਦਇਆ ਨਹੀਂ ਹੁੰਦੀ। ਉਹ ਇੰਨੇ ਕਾਨੂੰਨੀ ਹੁੰਦੇ ਹਨ ਕਿ ਦੋਸ਼ ਹੀ ਕੱਢਦੇ ਰਹਿੰਦੇ ਹਨ। ਉਹਨਾਂ ਕੋਲ ਨਿਯਮ ਤਾਂ ਹੁੰਦਾ ਹੈ ਪਰ ਦਇਆ ਨਹੀਂ ਹੁੰਦੀ। ਕਿੰਨੇ ਅਫਸੋਸ ਦੀ ਗੱਲ ਹੈ, ਇਹ ਕਿੰਨੀ ਵੱਡੀ ਹਾਰ ਹੈ। ਆਓ ਮੈਂ ਤੁਹਾਨੂੰ ਦੱਸਾਂ ਕਿ ਮੈਂ ਆਪਣੇ ਦਿਲ ਦੇ ਬਾਰੇ ਹੋਰ ਕੀ ਸਿੱਖਿਆ। ਇਹ ਇੰਨਾ ਮਹੱਤਵਪੂਰਨ ਹੈ ਜਿਸ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਅਸੀਂ ਨਿਯਮ ਦੀ ਸਿੱਖਿਆ ਦਿੰਦੇ ਹਾਂ। ਨਿਯਮ ਸਾਡੀ ਮਦਦ ਕਰਦਾ ਹੈ ਕਿ ਅਸੀਂ ਪਰਮੇਸ਼ਰ ਦੇ ਉੱਚੇ ਸੱਤਰ ਨੂੰ ਵੇਖ ਪਾਈਏ। ਅਸੀਂ ਆਪਣੇ ਅਤੇ ਪਰਮੇਸ਼ਰ ਦੇ ਵਿੱਚ ਦੂਰੀ ਦੇ ਬਾਰੇ ਪ੍ਰਸ਼ਨ ਹਾਂ। ਇਸ ਲਈ ਅਸੀਂ ਪਰਮੇਸ਼ਰ ਵੱਲ ਤੁਰਦੇ ਹਾਂ। ਅਸੀਂ ਪਰਮੇਸ਼ਰ ਨੂੰ ਹੇਠਾਂ ਲਿਆਉਣਾ ਚਾਹੁੰਦੇ ਹਾਂ ਕਿ ਸਾਨੂੰ ਕੁਝ ਸਕੂਨ ਮਿਲ ਸਕੇ। ਲੋਕ ਚਰਚ ਇਸ ਲਈ ਜਾਂਦੇ ਹਨ ਕਿਉਂ ਜੋ ਉਹਨਾਂ ਨੂੰ ਸਕੂਨ ਮਿਲ ਸਕੇ। ਮੈਂ ਨਹੀਂ ਸਮਝਦਾ ਕਿ ਇਸ ਨੂੰ ਉਹ ਠੀਕ ਕਿਉਂ ਸਮਝਦੇ ਹਨ। ਸਾਡਾ ਵਿਸ਼ਵਾਸ ਅਤੇ ਸਾਡੀ ਮਸੀਹਤ ਹੀ ਸਾਨੂੰ ਸਕੂਨ ਦੇ ਸਕਦੀ ਹੈ। ਮੈਂ ਤੁਹਾਨੂੰ ਇੱਕ ਦਿਲਚਸਪ ਗੱਲ ਦੱਸਦਾ ਹਾਂ। ਜਦ ਪਰਮੇਸ਼ਰ ਨੇ ਮੈਨੂੰ ਉੱਚੇ ਸਤਰ ਦਾ ਜੀਵਨ ਜੀਣ ਲਈ ਬੁਲਾਇਆ ਅਤੇ ਮੰਗ ਕੀਤੀ ਕਿ ਪਵਿੱਤਰ ਬਣ, ਇਸ ਸਤਰ ਤੱਕ ਪਹੁੰਚਣਾ ਮੇਰੀ ਇਨਸਾਨੀ ਸ਼ਕਤੀ ਤੋਂ ਬਾਹਰ ਸੀ। ਤਦ ਮੈਂ ਯਿਸੂ ਮਸੀਹ ਵਿੱਚ ਆਪਣੇ ਤੋਂ ਬਾਹਰ ਉਹ ਸ਼ਕਤੀ ਲਈ ਖੋਜ ਕੀਤੀ। ਮੈਂ ਇੱਕ ਦਿਨ, ਇੱਕ ਘੰਟਾ, ਇੱਕ ਘੜੀ ਵੀ ਪਵਿੱਤਰ ਨਹੀਂ ਠਹਿਰ ਸਕਦਾ ਜੇ ਪਵਿੱਤਰ ਆਤਮਾ ਮੇਰੇ ਜੀਵਨ ਦੇ ਕਬਜ਼ਾ ਨਾ ਕਰੇ। ਕੀ ਹੁੰਦਾ ਹੈ ਜਦ ਅਸੀਂ ਆਪਣੇ ਸਤਰ ਨੂੰ ਡੇਕ ਲੈਂਦੇ ਹਾਂ? ਜਦ ਅਸੀਂ ਕਦੇ ਵੀ ਨਿਯਮ ਦਾ ਪ੍ਰਚਾਰ ਨਹੀਂ ਕਰਦੇ। ਅੱਜ ਅਸੀਂ ਪਹਾੜੀ ਉਪਦੇਸ਼ ਨੂੰ ਛੱਡ ਦਿੰਦੇ ਹਾਂ ਅਤੇ ਆਖਦੇ ਹਾਂ ਇਹ ਬੜਾ ਔਖਾ ਹੈ ਅਤੇ ਅਸੀਂ ਅੱਜ ਇਸ ਦੇ ਅਨੁਸਾਰ ਨਹੀਂ ਚੱਲ ਸਕਦੇ। ਜਾਂ ਯਿਸੂ ਦਾ ਮਤਲਬ ਇਹ ਨਹੀਂ ਸੀ ਕਿ ਇਸ ਤਰ੍ਹਾਂ ਚੱਲੋ। ਇਹ ਸੋਚ ਕੇ ਅਸੀਂ ਆਪਣੇ ਆਪ ਨੂੰ ਬੁੱਧੂ ਬਣਾ ਲੈਂਦੇ ਹਾਂ ਕਿ ਮਸੀਹਤ ਦਾ ਸਤਰ ਜੋ ਪਰਮੇਸ਼ਰ ਨੇ ਸੋਚਿਆ ਸੀ ਇੰਨਾ ਨੀਵਾਂ ਹੈ। ਉਹਦਾ ਸਤਰ ਪਵਿੱਤਰਤਾਈ ਹੈ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਹ ਉਹ ਸਤਰ ਹੈ ਜਿਸ ਤੱਕ ਪਰਮੇਸ਼ਰ ਦੇ ਅਨੁਗ੍ਰਹਿ ਦੇ ਬਿਨਾਂ ਉਸ ਤੱਕ ਨਹੀਂ ਪਹੁੰਚਿਆ ਜਾ ਸਕਦਾ। ਨਿਯਮ ਸਾਨੂੰ ਇਸ ਸਤਰ ਤੱਕ ਪਹੁੰਚਣ ਲਈ ਕਹਿੰਦਾ ਹੈ। ਹੋ ਸਕਦਾ ਹੈ ਅਸੀਂ ਸੋਚਦੇ ਹੋਈਏ ਕਿ ਅਸੀਂ ਸੱਚਮੁੱਚ ਅੱਛੇ ਹਾਂ, ਕਿ ਫਰੀਸੀਆਂ ਨੂੰ ਪਰਮੇਸ਼ਰ ਦੇ ਹੋਰ ਜ਼ਿਆਦਾ ਅਨੁਗ੍ਰਹਿ ਦੀ ਜ਼ਰੂਰਤ ਸੀ। ਉਹਨਾਂ ਨੂੰ ਪਰਮੇਸ਼ਰ ਦੀ ਉਨੀ ਹੀ ਜ਼ਰੂਰਤ ਸੀ ਜਿੰਨੀ ਉਸ ਔਰਤ ਨੂੰ ਜੋ ਪਵਿਚਾਰ ਵਿੱਚ ਫੜੀ ਗਈ ਸੀ। ਉਹ ਇਸ ਨੂੰ ਸਮਝ ਨਹੀਂ ਸਕੇ, ਪਰ ਇਹ ਸੱਚ ਸੀ। ਪਰਮੇਸ਼ਰ ਦਾ ਅਨੁਗ੍ਰਹਿ ਹੀ ਕੇਵਲ ਸਾਡੇ ਅਤੇ ਸਵਰਗ ਵਿੱਚ ਇੱਕ ਪੁਲ ਦਾ ਕੰਮ ਕਰ ਸਕਦਾ ਹੈ। ਸਵਰਗ ਆਪਣੀ ਜਗ੍ਹਾ ਤੋਂ ਹਿੱਲਣ ਵਾਲਾ ਨਹੀਂ ਹੈ। ਇਹ ਸਮੁੰਦਰੀ ਜਹਾਜ਼ ਦੀ ਪੁਰਾਣੀ ਕਹਾਣੀ ਵਾਂਗੂ ਹੈ। ਇਹ ਸਮੁੰਦਰ ਦੇ ਅੰਦਰ ਸੀ। ਐਡਮਿਰਲ ਦੂਜੇ ਜਹਾਜ਼ ਨੂੰ ਸੰਦੇਸ਼ ਦੇ ਰਿਹਾ ਸੀ ਜੋ ਉਸ ਦੇ ਜਹਾਜ਼ ਨਾਲ ਟਕਰਾਉਣ ਵਾਲਾ ਨਜ਼ਰ ਆ ਰਿਹਾ ਸੀ। ਆਪਣਾ ਰਸਤਾ 10 ਡਿਗਰੀ ਦੱਖਣ ਵੱਲ ਕਰ ਲੈ। ਸੰਦੇਸ਼ ਵਾਪਸ ਆਇਆ, ਨਹੀਂ ਤੂੰ 10 ਡਿਗਰੀ ਉੱਤਰ ਵੱਲ ਕਰ ਲੈ। ਨਹੀਂ ਤੂੰ ਡਿਗਰੀ ਦੱਖਣ ਵੱਲ ਚਲਾ ਜਾ। ਨਹੀਂ ਤੂੰ 10 ਡਿਗਰੀ ਉੱਤਰ ਵੱਲ ਚਲਾ ਜਾ। ਤਦ ਕ੍ਰੋਧ, ਕੀ ਤੂੰ ਨਹੀਂ ਜਾਣਦਾ ਕਿ ਮੈਂ ਨੇਵੀ ਦਾ ਇੱਕ ਐਡਮਿਰਲ ਹਾਂ? 10 ਡਿਗਰੀ ਦੱਖਣ ਵੱਲ ਚੱਲ। ਕੁਝ ਘੜੀ ਬਾਅਦ ਮੈਂ ਲਿਥੋਸ ਹਾਂ, 10 ਡਿਗਰੀ ਵੱਲ ਚੱਲ। ਇਸ ਤਰ੍ਹਾਂ ਹੀ ਹੋਇਆ। ਲਿਥੋਸ ਮੁੜਨ ਨੂੰ ਤਿਆਰ ਨਹੀਂ ਸੀ। ਯਿਸੂ ਨੇ ਕਿਹਾ ਉਸ ਦਾ ਅਹੁਦਾ ਉੱਚਾ ਸੀ ਅਤੇ ਉਹ ਬਦਲਣ ਨੂੰ ਤਿਆਰ ਨਹੀਂ ਸੀ। ਸਾਨੂੰ ਬਦਲਣਾ ਪਵੇਗਾ ਕਿ ਨਹੀਂ? ਅਸੀਂ ਇਹ ਕਿਸ ਤਰ੍ਹਾਂ ਕਰਨ ਜਾ ਰਹੇ ਹਾਂ? ਅਸੀਂ ਨਹੀਂ ਕਰ ਸਕਦੇ। ਅਸੀਂ ਪਰਮੇਸ਼ਰ ਦੇ ਅਨੁਗ੍ਰਹਿ ਬਿਨਾਂ ਅਸਾਏ ਹਾਂ। ਇਹ ਮੈਨੂੰ ਸਕੂਨ ਦਿੰਦਾ ਹੈ ਕਿਉਂਕਿ ਇਹ ਉਹ ਸੰਦੇਸ਼ ਹੈ ਜੋ ਮੈਂ ਲੋਕਾਂ ਨੂੰ ਦੇਣਾ ਹੈ। ਮੈਂ ਤੁਹਾਨੂੰ ਉਪਦੇਸ਼ ਨਹੀਂ ਦੇ ਸਕਦਾ ਕਿ ਆਪਣੇ ਆਪ ਨੂੰ ਸੁਧਾਰ ਲਵੋ। ਮੈਂ ਤੁਹਾਨੂੰ ਯਿਸੂ ਦਿੰਦਾ ਹਾਂ ਜੋ ਤੁਹਾਨੂੰ ਪਵਿੱਤਰ ਬਣਾ ਦੇਵੇਗਾ। ਮੇਰੇ ਕੋਲ ਤੁਹਾਨੂੰ ਦੇਣ ਲਈ ਬਸ ਇਹੀ ਹੈ। ਇੱਥੇ ਕੋਈ ਕਲਾਸਾਂ ਨਹੀਂ ਲੱਗ ਰਹੀਆਂ ਜਿੱਥੇ ਤੁਸੀਂ ਆ ਸਕੋ ਅਤੇ ਨਿਯਮ ਦੀ ਪਾਲਣਾ ਸਿੱਖ ਸਕੋ। ਪਰਮੇਸ਼ਰ ਦੇ ਵਚਨ ਵਿੱਚ ਇੱਕ ਸੰਦੇਸ਼ ਹੈ ਜੋ ਆਖਦਾ ਹੈ ਯਿਸੂ ਮਸੀਹ ਉੱਤੇ ਵਿਸ਼ਵਾਸ ਕਰੋ, ਉਹ ਤੁਹਾਨੂੰ ਅੰਦਰੋਂ ਹੀ ਪਵਿੱਤਰ ਬਣਾਉਣਾ ਸ਼ੁਰੂ ਕਰ ਦੇਵੇਗਾ। ਸਿਰਫ ਉਹੀ ਹੈ ਜੋ ਇਹ ਕਰ ਸਕਦਾ ਹੈ। ਫਿਲਿਪ ਜਾਂਸੀ ਦੀ ਕਿਤਾਬ ਦ ਜੀਸਸ ਆਈ ਨੇਵਰ ਨਿਊ 2 ਰੂਸੀ ਲੇਖਕਾਂ ਦੇ ਬਾਰੇ ਦੱਸਦਾ ਹੈ ਜਿਨ੍ਹਾਂ ਨੇ ਇਹ ਸਮਝਣ ਲਈ ਉਸ ਦੀ ਸਹਾਇਤਾ ਕੀਤੀ। ਇੱਕ ਦਾ ਨਾਮ ਸੀ ਟੋਲਸਾਈਟ, ਦੂਸਰੇ ਦਾ ਨਾਮ ਸੀ ਟਿਓਡਰ। ਇਹ ਦੋਨੇ ਹੀ ਰੂਸੀ ਲੇਖਕ ਇੱਕੋ ਹੀ ਸਮੇਂ ਵਿੱਚ ਸਨ। ਇੱਕੋ ਹੀ ਨਿਯਮ ਦੇ ਅਨੁਸਾਰ, ਦੂਜੇ ਅਨੁਗ੍ਰਹਿ ਦੇ ਅਨੁਸਾਰ ਉਹ ਆਖਦਾ ਹੈ। ਉਸਨੇ ਦੋਹਾਂ ਨੂੰ ਇੱਕੋ ਹੀ ਸਮੇਂ ਜਾਣਿਆ। ਉਸਨੇ ਉਹਨਾਂ ਦੇ ਨਾਵਲ ਪੜ੍ਹੇ, ਉਸਨੇ ਉਹਨਾਂ ਦੇ ਲੇਖ ਪੜ੍ਹੇ। ਨਿਊ
ਟੋਲਸਾਈਟ ਉਹ ਮਨੁੱਖ ਸੀ ਜੋ ਆਪਣਾ ਸਤਰ ਬਹੁਤ ਉੱਚਾ ਸਮਝਦਾ ਸੀ ਅਤੇ ਉਸ ਨੇ ਬਹੁਤ ਸਹੀ ਤਰੀਕੇ ਨਾਲ ਨਿਯਮ ਨੂੰ ਸਮਝਾਇਆ, ਪਰ ਉਹ ਖੁਦ ਆਪਣੀ ਸਿੱਖਿਆ ਦੇ ਅਨੁਸਾਰ ਖੁਦ ਆਪਣੇ ਜੀਵਨ ਨਾ ਚਲਾ ਸਕਿਆ। ਜਿਸ ਤਰ੍ਹਾਂ ਉਸਨੇ ਇੱਕ ਪ੍ਰਤਿੱਗਿਆ ਕੀਤੀ ਕਿ ਉਹ ਪਵਿੱਤਰਤਾ ਉੱਤੇ ਬਣਿਆ ਰਹੇਗਾ, ਜਿਸ ਤੇ ਉਹ ਕਾਇਮ ਨਾ ਰਹਿ ਸਕਿਆ। ਉਸ ਦੀ ਪਤਨੀ 19 ਵਾਰ ਗਰਭ ਅਵਸਥਾ ਵਿੱਚ ਰਹੀ। ਇਹ ਲਿਓ ਟੋਲਸਾਈਟ ਦੀ ਅਸਲੀ ਗਵਾਹੀ ਹੈ। ਉਸ ਦੀ ਪਤਨੀ ਨੇ ਉਸ ਦੇ ਬਾਰੇ ਇਹ ਲਿਖਿਆ, ਇਸ ਵਿਅਕਤੀ ਲਈ ਮਿੱਤਰ ਭਾਵ ਜਾਂ ਪ੍ਰੇਮ ਪਿਆਰ ਦਾ ਅਸਲ ਵਿੱਚ ਕੋਈ ਵੀ ਖਾਸ ਮਤਲਬ ਨਹੀਂ ਸੀ। ਉਸ ਦੀ ਦਿਆਲਤਾ ਉਸ ਦੇ ਦਿਲ ਵਿੱਚੋਂ ਨਹੀਂ ਆਉਂਦੀ ਸੀ, ਪਰ ਉਸ ਦੇ ਸਿਧਾਂਤ ਦੇ ਅਨੁਸਾਰ ਸੀ। ਉਸ ਦੀ ਜੀਵਨੀ ਦੱਸੇਗੀ ਕਿ ਉਸ ਨੇ ਮਜ਼ਦੂਰਾਂ ਦੇ ਪਾਣੀ ਦੀਆਂ ਬਾਲਟੀਆਂ ਚੁੱਕਣ ਵਿੱਚ ਕਿਸ ਕਦਰ ਸਹਾਇਤਾ ਕੀਤੀ, ਪਰ ਕੋਈ ਇਹ ਨਾ ਜਾਣ ਸਕਿਆ ਕਿ ਉਸ ਨੇ ਕਦੇ ਵੀ ਆਪਣੀ ਪਤਨੀ ਨੂੰ ਇੱਕ ਘੜੀ ਆਰਾਮ ਨਹੀਂ ਕਰਨ ਦਿੱਤਾ। ਆਪਣੇ 32 ਸਾਲਾਂ ਵਿੱਚ ਕਦੀ ਵੀ ਆਪਣੇ ਬੱਚੇ ਨੂੰ ਪਾਣੀ ਨਹੀਂ ਪਿਲਾਇਆ, ਨਾ ਹੀ ਮੇਰੇ ਬਿਸਤਰ ਤੇ ਬੈਠ ਕੇ 5 ਮਿੰਟ ਆਰਾਮ ਕਰਨ ਦਾ ਮੌਕਾ ਦਿੱਤਾ। ਲਿਓ ਟੋਲਸਟਾਏ ਦੇ ਕੋਲ ਸਭ ਸਹੀ ਉੱਤਰ ਸਨ। ਨਿਯਮ ਦੇ ਬਾਰੇ ਉਸਨੇ ਸਹੀ ਸਿਧਾਂਤ ਦੱਸੇ, ਪਰੰਤੂ ਇਹਨਾਂ ਚੀਜ਼ਾਂ ਦਾ ਕੋਈ ਲਾਭ ਨਾ ਹੋਇਆ। ਧਾਰਮਿਕਤਾ ਬਾਹਰੋਂ ਅੰਦਰ ਨਹੀਂ ਆ ਸਕਦੀ, ਇਹ ਤਾਂ ਅੰਦਰੋਂ ਬਾਹਰ ਆਉਂਦੀ ਹੈ। ਹੁਣ ਉਹ ਆਖਦਾ ਹੈ, ਦੋਸਤੋਯੇਵਸਕੀ ਵੀ ਉਸਨੇ ਇਹ ਮਹਾਨ ਨਾਵਲ ਲਿਖਣ ਤੋਂ ਪਹਿਲਾਂ ਹੀ ਆਪਣੀ ਸ਼ੁਰੂਆਤੀ ਜ਼ਿੰਦਗੀ ਵਿੱਚ ਹੀ ਬਹੁਤ ਬਦਲਾਅ ਲੈ ਆਂਦਾ ਸੀ। ਉਸ ਨੂੰ ਰੂਸ ਦੇ ਰਾਜਾ ਨੇ ਅਪਰਾਧੀ ਹੋਣ ਦਾ ਕਰਾਰ ਦਿੱਤਾ ਸੀ। ਉਸ ਦੇ ਮਿੱਤਰ ਸਹਿਤ ਉਸ ਨੂੰ ਇੱਕ ਇਮਾਰਤ ਵਿੱਚ ਲਿਆ ਕੇ ਉਹਨਾਂ ਦੇ ਸਿਰਾਂ ਉੱਤੇ ਟੋਪੇ ਪਾਏ ਅਤੇ ਆਖਿਆ ਕਿ ਹੁਣ ਉਹਨਾਂ ਨੂੰ ਸਜ਼ਾ ਮਿਲ ਜਾ ਰਹੀ ਹੈ। ਉੱਥੇ ਮਿਲਟਰੀ ਦੀ ਫਾਇਰਿੰਗ ਹੁੰਦੀ ਸੀ ਅਤੇ ਉਹਨਾਂ ਨੂੰ ਕਿਹਾ, ਤਿਆਰ ਹੋ ਜਾਓ। ਉਹਨਾਂ ਨੇ ਬੰਦੂਕਾਂ ਤਿਆਰ ਵੇਖੀਆਂ। ਇਹ ਇੰਤਜ਼ਾਮ ਪਹਿਲਾਂ ਤੋਂ ਹੋ ਚੁੱਕਾ ਸੀ। ਰਾਜਾ ਘੋੜੇ ਤੇ ਬਹਿ ਕੇ ਆਇਆ ਅਤੇ ਉਹਨਾਂ ਨੂੰ क्षमा ਕਰਦੇ ਹੋਏ ਬਾਕੀ ਦਾ ਸਾਰਾ ਜੀਵਨ ਜੇਲ੍ਹ ਵਿੱਚ ਬਿਤਾਉਣ ਦਾ ਹੁਕਮ ਦਿੱਤਾ। ਦੋਸਤੋਯੇਵਸਕੀ ਆਖਦਾ ਹੈ, ਇੱਕ ਘੜੀ ਵਿੱਚ ਹੀ ਉਸ ਦੇ ਜੀਵਨ ਦੀ ਹਰੇਕ ਚੀਜ਼ ਬਦਲ ਗਈ। ਮੈਂ ਸਮਝ ਸਕਦਾ ਹਾਂ ਇਹ ਕਿਸ ਤਰ੍ਹਾਂ ਹੋਇਆ। ਜਦ ਤੁਸੀਂ ਸੋਚ ਰਹੇ ਹੁੰਦੇ ਹੋ ਕਿ ਗੋਲੀ ਨਾਲ ਸਾਨੂੰ ਮਾਰ ਦਿੱਤਾ ਜਾਵੇਗਾ, ਤਾਂ ਅਚਾਨਕ ਤੁਹਾਨੂੰ क्षमा ਕਰ ਦਿੱਤਾ। ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਉੱਥੇ ਉਸ ਨੂੰ ਦੂਜੇ ਕੈਦੀਆਂ ਨਾਲ, ਜੋ ਚੋਰ, ਕਾਤਿਲ, ਬਲਾਤਕਾਰੀ ਦੇ ਨਾਲ ਰੱਖਿਆ ਗਿਆ। ਉਹ ਇੱਕ ਅੱਛਾ ਇਨਸਾਨ ਸੀ। ਉਸ ਦੇ ਨਾਲ ਇਹੋ ਜਿਹਾ ਵਿਵਹਾਰ ਨਹੀਂ ਹੋਣਾ ਚਾਹੀਦਾ ਸੀ। ਇਸ ਦੌਰਾਨ ਉਸ ਨੇ ਅਨੁਗ੍ਰਹਿ ਦੇ ਬਾਰੇ ਜਾਣਿਆ। ਉਹ ਜਾਣ ਗਿਆ ਪਰਮੇਸ਼ਰ ਹਰੇਕ ਮਨੁੱਖ ਨੂੰ ਮਾਫ ਕਰ ਸਕਦਾ ਹੈ। ਫਿਲਿਪੀ ਜਾਨਸੀ ਦੱਸਦਾ ਹੈ, ਜਦ ਮੈਂ ਟੋਲਸਾਈਟ ਅਤੇ ਦੋਸਤੋਯੇਵਸਕੀ ਦੇ ਬਾਰੇ ਪੜ੍ਹਿਆ, ਮੈਂ ਦੇਖਿਆ ਨਿਯਮ ਅਤੇ ਅਨੁਗ੍ਰਹਿ ਵਿੱਚ ਸ਼ਾਦੀ ਦਾ ਸ਼ਬਦ ਹੈ। ਇਹ ਸਤਰ ਪਰਮੇਸ਼ਰ ਦੇ ਦੁਆਰਾ ਹੀ ਸਿਠਾਰ ਕੀਤਾ ਗਿਆ ਹੈ ਅਤੇ ਅਨੁਗ੍ਰਹਿ ਪਰਮੇਸ਼ਰ ਦੁਆਰਾ ਦਿੱਤਾ ਜਾਂਦਾ ਹੈ। ਆਪਣੀ ਕਈ ਸਾਲ ਦੀ ਸੇਵਕਾ ਵਿੱਚ ਮੈਂ ਵਿਅਕਤੀਗਤ ਤੌਰ ਤੇ ਬਹੁਤ ਸਾਰੇ ਲੋਕਾਂ ਨਾਲ ਸੁਸਮਾਚਾਰ ਬਾਰੇ ਗੱਲਬਾਤ ਕੀਤੀ। ਹਮੇਸ਼ਾ ਹੀ ਬਹੁਤ ਖੁਸ਼ੀ ਦਾ ਅਹਿਸਾਸ ਹੋਇਆ। ਮੈਂ ਹਮੇਸ਼ਾ ਹੀ ਇਹ ਛੋਟੀ ਜਿਹੀ ਕਹਾਣੀ ਦੀ ਚਰਚਾ ਉਹਨਾਂ ਨਾਲ ਕਰਦਾ ਹਾਂ, ਤਾਂ ਕਿ ਉਹ ਸਮਝ ਸਕਣ ਕਿ ਅਸੀਂ ਅੱਜ ਕੀ ਗੱਲਬਾਤ ਕਰ ਰਹੇ ਹਾਂ। ਅੱਜ ਪੂਰੀ ਮਨੁੱਖ ਜਾਤੀ ਨੂੰ ਆਖਿਆ ਜਾ ਰਿਹਾ ਹੈ ਕਿ ਤੁਸੀਂ ਅਮਰੀਕਾ ਦੇ ਵੈਸਟ ਕੋਸਟ ਸਮੁੰਦਰ ਤੇ ਇਕੱਠੇ ਹੋਵੋ ਅਤੇ ਆਗਿਆ ਦਿੱਤੀ ਜਾਂਦੀ ਹੈ ਕਿ ਤੈਰ ਕੇ ਹਵਾਈ ਚਲੇ ਜਾਓ। ਕਿ ਇਹ ਆਵਾਜ਼ ਅਸੰਭਵ ਹੈ ਕਿ ਕੋਈ ਇਸ ਤਰ੍ਹਾਂ ਕਰ ਸਕਦਾ ਹੈ? ਨਹੀਂ। ਅੱਜ ਜੋ ਚਰਚ ਵਿੱਚ ਕਿਹਾ ਜਾਂਦਾ ਹੈ ਕਿ ਸਾਨੂੰ ਜ਼ਰੂਰਤ ਹੈ ਅਸੀਂ ਉਸ ਤਰ੍ਹਾਂ ਹੀ ਕਰੀਏ। ਉਹ ਆਖਦੇ ਹਨ, ਇਹਨਾਂ ਨੂੰ ਤੈਰਨ ਦਾ ਪਾਠ ਪੜਾਓ, ਦੇਰ ਜਾਂ ਸਵੇਰ ਉਹ ਤੈਰਦੇ ਹੋਏ ਡੁੱਬ ਹੀ ਜਾਣਗੇ। ਕੋਈ ਆਖੇਗਾ, ਮੈਂ ਉਸ ਤੋਂ ਅੱਛਾ ਹਾਂ, ਵੇਖੋ ਮੈਂ ਕਿੰਨੀ ਦੂਰ ਜਾ ਸਕਿਆ ਅਤੇ ਉਸ ਸਮੁੰਦਰ ਦੇ ਕਿਨਾਰੇ ਤੋਂ ਕੁਝ ਗੱਜ ਹੀ ਅੱਗੇ ਵੱਧ ਪਾਇਆ। ਇਹ ਗੱਲ ਤੁਹਾਡੇ ਘਮੰਡ ਦੇ ਅਨੁਸਾਰ ਠੀਕ ਹੋ ਸਕਦੀ ਹੈ, ਪਰ ਇਹ ਗੱਲ ਤੁਹਾਨੂੰ ਹਵਾਈ ਤੱਕ ਨਹੀਂ ਪਹੁੰਚਾਉਣ ਦੇਵੇਗੀ। ਕਿ ਇੰਜ ਹੈ, ਜਦ ਹਵਾਈ ਪਹੁੰਚਣ ਲਈ ਕੁਝ ਹੀ ਦੂਰੀ ਬਚੀ ਹੋਵੇਗੀ, ਤੁਸੀਂ ਡੁੱਬ ਚੁੱਕੇ ਹੋਵੋਗੇ। ਕੀ ਚਾਹੀਦਾ ਸੀ ਕਿ ਕੋਈ ਕਿਸ਼ਤੀ ਲੈ ਕੇ ਆਏ ਅਤੇ ਤੈਰਨ ਵਾਲਿਆਂ ਨੂੰ ਇਸ ਵਿੱਚ ਬਿਠਾ ਕੇ ਲੈ ਜਾਵੇ, ਜਿੱਥੇ ਉਹ ਆਪਣੀ ਤਾਕਤ ਨਾਲ ਨਹੀਂ ਪਹੁੰਚ ਸਕਦੇ। ਇਹ ਸਭ ਕੁਝ ਬਾਈਬਲ ਦੱਸਦੀ ਹੈ। ਸਭ ਨੇ ਪਾਪ ਕੀਤਾ ਹੈ ਅਤੇ ਪਰਮੇਸ਼ਰ ਦੀ ਮਹਿਮਾ ਤੋਂ ਰਾਹਿਤ ਹਨ। ਤੁਸੀਂ ਨਿਯਮ ਨੂੰ ਮੰਨਣ ਲਈ ਯਤਨ ਕਰ ਸਕਦੇ ਹੋ ਅਤੇ ਅੱਛੇ ਵੀ ਹੋ, ਪਰ ਤੁਸੀਂ ਇੰਨੇ ਅੱਛੇ ਨਹੀਂ ਹੋ ਸਕਦੇ ਜਿੰਨਾ ਹੋਣਾ ਚਾਹੀਦਾ ਹੈ। ਜੇ ਫਰੀਸੀ ਇਸ ਤਰ੍ਹਾਂ ਨਹੀਂ ਕਰ ਸਕੇ ਤਾਂ ਮੈਂ ਦਾਅਵੇ ਨਾਲ ਕਹਿੰਦਾ ਹਾਂ ਤੁਸੀਂ ਵੀ ਇਸ ਤਰ੍ਹਾਂ ਨਹੀਂ ਕਰ ਸਕਦੇ। ਪਰ ਪਰਮੇਸ਼ਰ ਤੁਹਾਨੂੰ ਪ੍ਰੇਮ ਕਰਦਾ ਹੈ ਅਤੇ ਯਿਸੂ ਮਸੀਹ ਤੁਹਾਡੇ ਲਈ ਇਸ ਜਗਤ ਵਿੱਚ ਮਰਨ ਲਈ ਆਇਆ ਅਤੇ ਉਸ ਨੇ ਉਸ ਨਿਯਮ ਨੂੰ ਪੂਰਾ ਕੀਤਾ ਜੋ ਤੁਹਾਡੀ ਵਿਰੋਧਤਾ ਵਿੱਚ ਸੀ। ਜੇ ਤੁਸੀਂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰੋ, ਉਹੀ ਉਹ ਕਿਸ਼ਤੀ ਹੈ ਜੋ ਤੁਹਾਨੂੰ ਹਵਾਈ ਹੋਰ ਰਾਸਤਾ ਨਹੀਂ ਕਿ ਤੁਸੀਂ ਉੱਥੇ ਪਹੁੰਚ ਸਕੋ। ਮੈਂ ਚਾਹੁੰਦਾ ਹਾਂ ਅੱਜ ਹੀ ਤੁਸੀਂ ਇਸ ਦਾ ਫੈਸਲਾ ਕਰੋ। ਆਮੀਨ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਭਨਾਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਸਾਡਾ ਅੱਜ ਦਾ ਪ੍ਰੋਗਰਾਮ ਬਾਈਬਲ ਬਾਣੀ ਦੇ ਵਿੱਚੋਂ ਮੱਤੀ ਦੀ ਇੰਜੀਲ ਦੇ 5 ਅਧਿਆਏ ਦੀ 17 ਆਇਤ ਤੋਂ ਲੈ ਕੇ 20 ਆਇਤ ਤੱਕ ਦੇ ਵਚਨਾਂ
ਦੇ ਉੱਤੇ ਆਧਾਰਿਤ ਸੀ। ਅੱਜ ਅਸੀਂ ਜਾਣ ਰਹੇ ਸੀ ਕਿ ਕੀ ਪੁਰਾਣਾ ਨਿਯਮ ਲੁਪਤ ਹੋ ਗਿਆ ਜਾਂ ਫਿਰ ਸੰਪੂਰਨ ਹੋ ਗਿਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਵੇਖਿਆ ਕਿ ਬਹੁਤ ਸਾਰੇ ਲੋਕ ਇਹ ਸਮਝਦੇ ਹਨ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਹੀ ਇਹ ਪੁਰਾਣਾ ਨਿਯਮ ਲੁਪਤ ਹੋ ਗਿਆ। ਬਾਈਬਲ ਬਾਣੀ ਦੱਸਦੀ ਹੈ ਕਿ ਪਰਮੇਸ਼ਰ ਦਾ ਵਚਨ ਬੇਅਸਰ ਨਹੀਂ ਹੁੰਦਾ, ਇਹ ਆਪਣਾ ਕੰਮ ਕਰਦਾ ਹੈ। ਪ੍ਰਭੂ ਯਿਸੂ ਜੀ ਸਾਨੂੰ ਦੱਸਦੇ ਹੋਏ ਕਹਿੰਦੇ ਹਨ ਕਿ ਆਕਾਸ਼ ਅਤੇ ਧਰਤੀ ਖਤਮ ਹੋ ਸਕਦੇ ਹਨ, ਪਰ ਪਰਮੇਸ਼ਰ ਦਾ ਵਚਨ ਪੂਰਾ ਹੋਏ ਬਗੈਰ ਨਹੀਂ ਟਲਦਾ। ਕਿਸੇ ਲੇਖਕ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਅਸੀਂ ਯਾਦ ਰੱਖੀਏ ਕਿ ਪਰਮੇਸ਼ਰ ਦੇ ਸ਼ਬਦ ਹੀ ਕਹਾਵਤਾਂ ਵਿੱਚ ਅਤੇ ਨਿਯਮਾਂ ਵਿੱਚ ਬਦਲ ਜਾਂਦੇ ਹਨ। ਉਹ ਸਿਧਾਂਤ ਬਣ ਜਾਂਦੇ ਹਨ, ਉਹ ਦਿਲਾਸਾ ਦੇਣ ਵਾਲੇ ਵਚਨ ਬਣ ਜਾਂਦੇ ਹਨ, ਪਰ ਉਹ ਕਦੇ ਵਿਅਰਥ ਨਹੀਂ ਜਾਂਦੇ। ਪਰਮੇਸ਼ਰ ਦੇ ਵਚਨ ਹਮੇਸ਼ਾ ਕਾਇਮ ਰਹਿਣਗੇ। ਬਾਈਬਲ ਬਾਣੀ ਦਾ ਇੱਕ ਇੱਕ ਸ਼ਬਦ ਪਰਮੇਸ਼ਰ ਵੱਲੋਂ ਹੈ ਅਤੇ ਇਹ ਸੰਪੂਰਨ ਹੈ। ਬਹੁਤ ਸਾਰੇ ਲੋਕ ਜਦੋਂ ਇਹ ਕਹਿੰਦੇ ਹਨ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਉਹਨਾਂ ਨੂੰ ਨੇਮ ਤੋਂ ਛੁਡਾਇਆ, ਤਾਂ ਉਹ ਇਹ ਭੁੱਲ ਕਰ ਜਾਂਦੇ ਹਨ। ਅਸਲੀਅਤ ਤਾਂ ਇਹ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਸਾਨੂੰ ਛੁਡਾਇਆ ਹੀ ਨਹੀਂ, ਸਗੋਂ ਨੇਮ ਦੇ ਨਾਲ ਜੋੜਿਆ ਹੈ। ਯਿਸੂ ਦੀ ਧਾਰਮਿਕ ਆਗੂਆਂ ਦੇ ਨਾਲ ਵਿਰੋਧਤਾ ਦਾ ਕਾਰਨ ਨਿਯਮਾਂ ਦੇ ਸਰੂਪ ਉੱਤੇ ਨਹੀਂ ਸੀ, ਪਰ ਇਸ ਕਰਕੇ ਸੀ ਕਿਉਂਕਿ ਉਹ ਨੇਮ ਦੇ ਬਾਹਰੀ ਰੂਪ ਉੱਤੇ ਜ਼ੋਰ ਦਿੰਦੇ ਸੀ, ਨਾ ਕਿ ਉਸਦੇ ਅੰਦਰੂਨੀ ਮਤਲਬ ਤੇ। ਦੋਸਤੋ, ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਦ ਤੱਕ ਧਰਤੀ ਅਤੇ ਆਕਾਸ਼ ਕਾਇਮ ਹਨ, ਉਹਦੇ ਵਚਨ ਦਾ ਇੱਕ ਵੀ ਬਿੰਦੂ ਨਹੀਂ ਟਲੇਗਾ। ਅਸੀਂ ਅੱਗੇ ਸਿੱਖਿਆ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿ ਜੋ ਕੋਈ ਇਸ ਨਿਯਮ ਨੂੰ ਤੋੜੇਗਾ ਅਤੇ ਸਿਖਾਏਗਾ ਉਹ ਸਵਰਗ ਦੇ ਰਾਜ ਵਿੱਚ ਸਭ ਤੋਂ ਛੋਟਾ ਹੋਏਗਾ, ਪਰ ਜੋ ਕੋਈ ਇਸ ਨੂੰ ਮੰਨੇਗਾ ਅਤੇ ਸਿਖਾਏਗਾ ਉਹ ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਕੀਤਾ ਜਾਏਗਾ। ਦੋਸਤੋ, ਅੱਜ ਦੇ ਪ੍ਰੋਗਰਾਮ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਅਸੀਂ ਸਹੀ ਸਿੱਖਿਆ ਨੂੰ ਪ੍ਰਾਪਤ ਕਰੀਏ ਅਤੇ ਸੰਸਾਰ ਦੇ ਵਿੱਚ ਪਾਏ ਜਾਣ ਵਾਲੇ ਝੂਠੇ ਸਿੱਖਿਅਕਾਂ ਤੋਂ ਦੂਰ ਰਹੀਏ। ਦੋਸਤੋ, ਹੁਣ ਸਮਾਂ ਹੈ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਆਓ ਪ੍ਰਾਰਥਨਾ ਕਰੀਏ। ਸਾਡੇ ਸੱਚੇ ਜਿੰਦਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡੇ ਚਰਨਾਂ 'ਚ ਆਉਂਦੇ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਅੱਜ ਦੇ ਇਸ ਅੱਛੇ ਵਚਨ ਵਾਸਤੇ ਜਿਹੜਾ ਪ੍ਰਭੂ ਜੀ ਤੁਸੀਂ ਸਾਨੂੰ ਦਿੱਤਾ। ਤੁਸੀਂ ਸਾਨੂੰ ਆਪਣੀ ਸ਼ਰ੍ਹਾ ਬਾਰੇ ਸਿਖਾਇਆ ਪ੍ਰਭੂ ਜੀ। ਸ਼ਰ੍ਹਾ ਜੋ ਕਿ ਇਨਸਾਨ ਨੂੰ ਪ੍ਰਭੂ ਜੀ ਨਿਯਮਾਂ ਦੇ ਵਿੱਚ ਰਹਿਣ ਵਾਸਤੇ ਦਿੱਤੀ ਗਈ ਸੀ, ਅਨੁਸ਼ਾਸਿਤ ਕਰਨ ਵਾਸਤੇ ਦਿੱਤੀ ਗਈ ਸੀ ਪਿਤਾ। ਇਸ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਇਹ ਵਿਚਾਰ ਹੈ ਕਿ ਇਹ ਸ਼ਰ੍ਹਾ ਯਿਸੂ ਮਸੀਹ ਜੀ ਨੇ ਆ ਕੇ ਖਤਮ ਕਰਤੀ, ਲੇਕਿਨ ਪ੍ਰਭੂ ਵਾਸਤਵਿਕਤਾ ਅਸੀਂ ਸਮਝ ਪਾਏ ਕਿ ਸ਼ਰ੍ਹਾ ਨੂੰ ਖਤਮ ਨਹੀਂ ਕੀਤਾ ਗਿਆ ਬਲਕਿ ਪੂਰਾ ਕੀਤਾ ਗਿਆ, ਕਿਉਂਕਿ ਤੁਹਾਡਾ ਵਚਨ ਜਦ ਤੱਕ ਆਪਣਾ ਕੰਮ ਪੂਰਾ ਨਹੀਂ ਕਰ ਦਿੰਦਾ ਤਦ ਤੱਕ ਉਹ ਖਤਮ ਨਹੀਂ ਹੁੰਦਾ। ਪਿਤਾ ਪਰਮੇਸ਼ਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਅੱਛੇ ਵਚਨ ਵਾਸਤੇ। ਸਾਡੀ ਪ੍ਰਾਰਥਨਾ ਪ੍ਰਭੂ ਜੀ ਤੁਸੀਂ ਸਾਨੂੰ ਪਿਤਾ ਆਪਣੇ ਵਚਨ ਦੇ ਵਿੱਚ ਹੋਰ ਜ਼ਿਆਦਾ ਪਰਿਪੱਕਵ ਕਰੋ, ਹੋਰ ਜ਼ਿਆਦਾ ਮਜ਼ਬੂਤ ਕਰੋ, ਤਾਂ ਕਿ ਪ੍ਰਭੂ ਜੀ ਅਸੀਂ ਤੁਹਾਡੇ ਰਾਜ ਦੇ ਵਿੱਚ ਸਿੱਧ ਹੋ ਕੇ ਤੁਹਾਡੇ ਸਾਹਮਣੇ ਖੜੇ ਹੋ ਸਕੀਏ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।